22 जनवरी ਨੂੰ ਪੂਰਾ ਦੇਸ਼ ਅਯੋਧਿਆ ਵੱਲ ਨਿਗਾਹਾਂ ਟਿਕਾ ਕੇ ਬੈਠੇਗਾ ਤੇ ਇੰਤਜ਼ਾਰ ਕਰੇਗਾ ਕਿ ਆਖਰਕਾਰ ਉਹ ਪਲ ਕਦੋਂ ਹੋਣਗੇ ਜਦੋਂ ਭਗਵਾਨ ਰਾਮ ਲੱਲਾ ਦੇ ਦਰਸ਼ਨ ਹੋਣਗੇ। ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਵੱਡੇ ਪੱਧਰ ਉੱਪਰ ਉਸ ਦਿਨ ਨੂੰ ਨਿਗਾਹਾਂ ਟਿਕਾ ਕੇ ਦੇਖ ਰਹੇ ਨੇ। ਮੇਰੇ ਨਾਲ ਹਰਜੀਤ ਸਿੰਘ ਰਸੂਲਪੁਰ ਹੈ, ਪੰਜਾਬ ਤੋਂ ਪਹੁੰਚੇ ਹੈ, ਸਿੱਖ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਆ ਤੇ ਇੱਥੇ ਲੰਗਰ ਚਲਾ ਰਹੇ ਤੇ ਗਦਗਦ ਕਰ ਰਹੇ ਲੋਕਾਂ ਨੂੰ ਇੱਥੋਂ ਦੇ ਗੱਲਬਾਤ ਕਰ ਲੈਣੇ। ਬਹੁਤ ਬਹੁਤ ਸਵਾਗਤ ਹੈ ਜੀ। ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਦਗਦ ਕਰ ਰਹੇ ਹੋ ਲੋਕਾਂ ਨੂੰ, ਇੱਥੇ ਲੰਗਰ ਛਕਾ ਰਹੇ ਹੋਗੇ, ਪੰਜਾਬ ਤੋਂ ਜੱਥਾ ਲੈ ਕੇ ਪਹੁੰਚੇ ਹੋ। ਗਦਗਦ ਤਾਂ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਉਹਦੀ ਰਹਿਮਤ ਵਰਸ ਰਹੀ ਹੈ ਸਾਰੀ। ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ, ਉਸ ਆਵਾਜ਼ਾਂ ਵਾਲੇ ਦੀ ਕਿਰਪਾ। ਅਸੀਂ ਤਾਂ ਸਿਰਫ ਜੋੜੇ ਝਾੜ ਰਹੇ ਹਾਂ, ਉਹਦਾ ਉਹ ਮਾਣ ਬਖਸ਼ਦਾ ਹੈ, ਇਹ ਉਹਦੀ ਵਡਿਆਈ ਆ, ਇਹ ਗੁਰੂ ਨਾਨਕ ਦੀ ਵਡਿਆਈ ਆ ਸਾਰੀ। ਇੱਥੇ ਤੁਸੀਂ ਬੈਠੇ ਹੋ ਗੱਦੀ ਤੇ, ਚਾਰੇ ਪਾਸੇ ਮੈਂ ਕੈਮਰਾ ਕਹਿੰਦਾ, ਕੈਮਰਾ ਮੈਨੂੰ ਘੁਮਾ ਦੇ ਇੱਕ ਵਾਰੀ। ਸਾਰੇ ਸਾਧੂ ਸੰਤ ਮਹਾਪੁਰਸ਼ ਇੱਥੇ ਤੁਹਾਡੇ ਕੋਲ ਲੰਗਰ ਛਕ ਰਹੇ ਆ। ਖੁਦ ਤੇ ਮਾਣ ਮਹਿਸੂਸ ਹੁੰਦਾ ਕਿ ਵਾਕਿਆ ਯਾਰ ਕੁਝ ਦਿੱਤਾ ਮਹਾਰਾਜ ਨੇ। ਹੁਣ ਦੇਖੋ ਇੱਥੇ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਉਹ 20 ਰੁਪਏ ਹੀ ਉਰੇ ਨਜ਼ਰ ਆਉਂਦੇ ਨੇ। ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਧੂਆਂ ਵਾਸਤੇ ਲੰਗਰ ਦੀ ਜੋ ਪਰੰਪਰਾ ਸ਼ੁਰੂ ਕਰੀ ਗਈ ਆ, ਅੱਜ ਉਹਨੂੰ ਅਸੀਂ ਸਦੀਆਂ ਤੋਂ ਲੈ ਕੇ ਆ ਰਹੇ ਹਾਂ। ਤੇ ਅੱਜ ਉਹਨਾਂ ਸਾਧੂਆਂ ਦੇ ਵਿੱਚ ਬੈਠ ਕੇ ਜਦੋਂ ਤਕਰੀਬਨ 2-3 ਹਜ਼ਾਰ ਸਾਧੂ ਜਦੋਂ ਉਰੇ ਆਉਂਦਾ ਤਾਂ ਸਿਰਫ ਗੁਰੂ ਨਾਨਕ ਹੀ ਦਿਖਦਾ ਉਹਦੇ ਵਿੱਚ, ਮੈਨੂੰ ਹੋਰ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਹੈਗਾ। ਇੱਕ ਪਿੱਛੇ ਤਸਵੀਰ ਸਜਾਈ ਹੈ ਤੁਸੀਂ, ਹਨਾ? ਇਹ ਤਸਵੀਰ ਆਪਣੇ ਆਪ ਦੇ ਵਿੱਚ ਤਾਂ ਬਹੁਤ ਕੁਝ ਬਿਆਨ ਕਰਦੀ ਹੈ, ਕਹਿਣ ਦੀ ਲੋੜ ਨਹੀਂ, ਸਭ ਜਾਣਦੇ ਆ। ਪਰ ਤੁਹਾਨੂੰ ਕੀ ਇਸ ਤਸਵੀਰ 'ਚੋਂ ਨਜ਼ਰ ਆਉਂਦਾ ਹੈ? ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸ਼ਹਾਦਤ ਨੂੰ ਅਸੀਂ ਸਿਜਦਾ ਕਰਦੇ ਹਾਂ, ਜਿਹਨੂੰ ਆਪਾਂ ਹਿੰਦ ਦੀ ਚਾਦਰ ਆਖਦੇ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦ ਦੀ ਚਾਦਰ, ਜਿਨ੍ਹਾਂ ਨੇ ਸਨਾਤਨ ਧਰਮ ਤੇ ਇਸ ਗਰੀਬ ਬ੍ਰਾਹਮਣਾਂ ਨੂੰ, ਜੋ ਕਸ਼ਮੀਰੀ ਪੰਡਤ ਜੋ ਉਸ ਸਮੇਂ ਮਹਾਰਾਜ ਜੀ ਕੋ ਚੱਲ ਕੇ ਆਏ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਗੁਰੂ ਸਾਹਿਬ ਨੂੰ ਆਪ ਤੋਰਿਆ, ਸ਼ਹਾਦਤ ਦੇ ਸੀ। ਮਹਾਰਾਜ ਤੁਹਾਤੇ ਵੱਡਾ ਕੌਣ ਆ, ਕਿ ਸੁੱਚਾ ਸੱਚਾ ਕੌਣ ਆ। ਤੇ ਸਾਡੀ ਸਾਂਝੀ ਜਿਹੜੀ ਵਿਰਾਸਤ ਹੈ, ਉਹਨੂੰ ਇੱਕ ਇਹ ਸੁਨੇਹਾ ਤੇ ਉਹਨਾਂ ਲੋਕਾਂ ਨੂੰ ਜਿਹੜੇ ਸਾਨੂੰ ਨਿੰਦਦੇ ਸੀ, ਉਹਨਾਂ ਨੂੰ ਆਪਣੇ ਆਪ 'ਚ ਜਵਾਬ ਦੇ ਰਹੀ ਹੈ। ਮੁਲਾਕਾਤ ਹੋਈ ਕਿਸੇ ਹੁਣ ਲੀਡਰ ਦੇ ਨਾਲ? ਯੂਪੀ ਦੇ ਵਿੱਚ ਪਹੁੰਚੇ ਹੋ, ਯੋਗੀ ਆਦਿੱਤਿਆਨਾਥ ਪ੍ਰਧਾਨ ਮੰਤਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਇਹਨਾਂ ਚੋਂ, ਜਾਂ ਹੋਰ ਮੰਤਰੀਆਂ ਦੇ ਨਾਲ ਗੱਲਬਾਤ ਹੋਈ? ਦੇਖੋ ਗੱਲਾਂ ਬਾਤਾਂ ਆਮ ਹੁੰਦੀਆਂ ਰਹਿੰਦੀਆਂ, ਕਿ ਹੁਣ ਗੱਲਾਂ ਬਾਤਾਂ ਦੀ ਗੱਲ ਜਿਹੜੀ ਉਹ ਪਿੱਛੇ ਰਹਿ ਗਈ ਆ। ਹੁਣ ਤਾਂ ਗੱਲ ਸੇਵਾ ਦੀ ਉਹ ਰਹਿ ਗਈ ਆ। ਹੁਣ ਤਾਂ ਉਸ ਰੱਬ ਨਾਲ ਹੀ ਗੱਲ ਹੁੰਦੀ ਆ, ਬਸ ਇਹ ਮੰਨ ਲਓ ਤੁਸੀਂ। ਕੀ ਮੈਸੇਜ ਕੀ ਦਿੰਦੇ, ਕੀ ਸੰਦੇਸ਼ ਉਹਨਾਂ ਦੇ ਮਨ 'ਚ ਹੁੰਦੇ, ਕੀ ਵਿਚਾਰ ਹੁੰਦੇ ਤੁਹਾਨੂੰ ਦੇਖ ਕੇ ਜਿਹੜਾ ਇਹ ਲੰਗਰ ਚੱਲ ਰਿਹਾ ਇੱਥੇ? ਇੰਨਾ ਕੁ ਪਿਆਰ ਸਤਿਕਾਰ ਦਿੰਦੇ ਨੇ ਜਿਨ੍ਹਾਂ ਸਾਧੂਆਂ ਦੇ ਅਸਥਾਨ 'ਤੇ ਅਸੀਂ ਬੈਠੇ ਹਾਂ। ਇਹ ਚੇਅਰਮੈਨ ਨੇ ਇਸ ਰਾਮ ਭੂਮੀ ਦੇ, ਨ੍ਰਿਤ ਗੋਪਾਲ ਜੀ ਮਹਾਰਾਜ ਕਹਿੰਦੇ ਨੇ ਇਹਨਾਂ ਨੂੰ। ਸੋ ਇੰਨਾ ਕੁ ਪਿਆਰ ਦੂਰੋਂ ਦੇਖ ਕੇ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਤਨਾਮ ਸ਼੍ਰੀ ਵਾਹਿਗੁਰੂ ਜੋ ਬੋਲੇ ਸੋਨਿਆਲ, ਇੰਨਾ ਕੁ ਪ੍ਰੇਮ ਕਰਦੇ ਨੇ, ਇੰਨੀ ਕੁ ਨਿਮਰਤਾ। ਮੈਂ ਕਹਿੰਦਾ ਨਿਮਰਤਾ ਦੇ ਪੁੰਜ ਨੇ ਉਹ। ਮੈਂ ਆਪਣੇ ਜੀਵਨ 'ਚ ਇੰਨੀ ਨਿਮਰਤਾ ਵਾਲੇ ਸਾਧੂ ਵੈਸੇ ਸਾਰੇ ਹੀ ਸਤਿਕਾਰਯੋਗ ਨੇ, ਪਰ ਉਹਨਾਂ ਦਾ ਇੰਨਾ ਉਹ ਵੱਡੀ ਉਪਾਧੀ ਹੋ ਕੇ ਮਹਾਰਾਜ ਜੀ ਆਏ ਨੇ। ਕਿਆ ਬਾਤ ਹੈ। ਦੇਖੋ ਮਹਾਰਾਜ ਜੀ, ਮੈਂ ਤੁਹਾਨੂੰ ਦਿਲੋਂ ਯਾਦ ਕਰ ਰਿਹਾ ਸੀ, ਹੈ ਨਾ, ਮੈਂ ਹਾਲ ਕਹਿ ਹੀ ਰਿਹਾ ਸੀਗਾ। ਸੋ ਇਹ ਐਸੀ ਮੂਰਤ ਨੇ। ਤੇ ਪਿਛਲੇ ਅਸੀਂ 3 ਸਾਲ ਪਹਿਲਾਂ ਇੱਕ ਪ੍ਰੋਗਰਾਮ 'ਚ ਮਿਲੇ। ਮਹਾਰਾਜ ਉੱਪਰ ਆਓ ਆਪਾਂ। ਨਹੀਂ ਮਹਾਰਾਜ ਜੀ, ਨਹੀਂ ਠੀਕ ਹੈ। 3 ਸਾਲ ਪਹਿਲਾਂ ਅਸੀਂ ਪਟਿਆਲੇ ਇੱਕ ਪ੍ਰੋਗਰਾਮ 'ਚ ਇਕੱਠੇ ਹੋਏ ਤੇ ਪਰਸੋਂ ਰਾਤ ਨੂੰ ਇਕੱਤਰ ਹੋ ਗਏ। ਜਸਟ ਮੈਂ ਹੁਣੇ ਦਿਲ ਤੋਂ 1 ਸਕਿੰਟ ਪਹਿਲਾਂ ਗੱਲ ਕਰਕੇ ਹਟਿਆ ਕਿ ਉਹਨਾਂ ਨਾਲ ਮੈਂ ਤੁਹਾਨੂੰ ਮਿਲਾਉਣਾ, ਤੇ ਆ ਗਏ ਨੇ ਮਹਾਰਾਜ ਜੀ ਬੈਠੇ। ਸੋ ਇਹ ਸਾਰੇ ਪ੍ਰੇਮ ਦੀਆਂ ਤਸਵੀਰਾਂ ਨੇ। ਇਹ ਉਹ ਨੇ ਲੋਕ ਨੇ ਜਿਹੜੇ ਕਾਇਨਾਤ ਨੂੰ ਪਿਆਰ ਕਰਦੇ ਨੇ, ਉਸ ਰੱਬ ਨੂੰ ਪਿਆਰ ਕਰਦੇ ਨੇ। ਇਹਨਾਂ ਨੂੰ ਦਾ ਪਿਆਰ ਦੇ ਕੇ ਤਾਂ ਜੀ ਕਰਦਾ ਕਿ ਇਹਨਾਂ ਨੂੰ ਜਾਨ ਦੇ ਕੇ ਵੀ ਅਸੀਂ ਚਲੇ ਜਾਈਏ ਤਾਂ ਵੀ ਥੋੜੀ ਆ। लंगर चल रहा, साधु लंगर छक रहे हैं, पंजाब से लंगर की सेवा, जत्थेदार जी सेवा कर रहे हैं यहाँ पर। क्या विचार आते मन में इनको देख के ये सेवा करते हैं? जो हमारे परम स्नेही मित्र हैं बाबा हरजीत जी, और इनकी सेवा तो अद्भुत है। जब मैं पटियाला में गया था वहाँ भी इनकी सेवा अद्भुत थी, और आज ये श्री धाम अयोध्या में जब विश्व के करोड़ों करोड़ों लोग जब अयोध्या की तरफ आशा भरी निगाहों से भगवान राम के दर्शन करने के लिए आतुर हैं, उस समय यहाँ आकर बाबा हरजीत जी यहाँ लंगर चला रहे हैं। इससे ज़्यादा आनंद की बात कुछ हो ही नहीं सकती है। मणि रामदास छावनी परिसर है ये, और निरंतर जो है कई दिनों से यहाँ लंगर चल रहा है।
और ऐसा सुनने में है कि 2 महीना तक बाबा हरजीत जी कंटिन्यू लंगर चला के हजारों राम भक्तों को प्रसाद पवाने का ये जो सौभाग्य है, ये बहुत अद्भुत है। ये गुरु साहब ने बख्शिश की है, गुरु तेग बहादुर से चली आ रही है प्रथा, कैसा देखते हो सिख धर्म को, सिख नजरिए को कैसे समझते हो? देखिए, सिख धर्म तो सदैव देश के लिए और सनातन की रक्षा के लिए, हिंदुत्व की रक्षा के लिए काम किया है। और आज भारत ही नहीं अपितु विश्व में कहीं भी गुरुद्वारा है, वहाँ जो सिख समाज लंगर चलाता है वो बहुत ही अद्भुत और अतुलनीय। मैं तो 4 दिन पहले दरबार साहब हो के आया और दरबार साहब में सुबह 4 बजे पालकी उठाने का भी मुझे अवसर मिला। वो भी मैं बहुत बहुत अपने को सौभाग्यशाली मानता हूँ। अमृत कुंड में हमने स्नान भी किया, 11 डुबकी लगाया बैर के पेड़ के नीचे, और उसके बाद वहाँ लंगर प्रसाद भी हमने चखा। तो ये तो पूरे विश्व में जो सिख समाज है वो सेवा कर रहा है, लंगर की सेवा, तो ये तो अद्भुत सेवा है। और हमारे बाबा हरजीत जी तो अद्भुत कर रहे हैं, हजारों राम भक्तों को रोज प्रसाद पवा रहे हैं। अयोध्या कैसी बदली है, कैसा अलौकिक नज़ारा अब अयोध्या में हो गया, पहले की अयोध्या और अब की अयोध्या? अयोध्या कल भी अलौकिक था, आज भी अलौकिक है और सदियों तक अलौकिक रहेगा। क्योंकि यहाँ के राजा जब इतने दिव्य भव्य हों, यहाँ के भगवान राम यहाँ के राजा हैं, और जिनका चरित्र ऐसा हो, फिर उनके राज्य की चरित्र कैसी होगी। तो ये तो अद्भुत रहा और है और रहेगा सदियों तक। सुपुर जी, एक बड़ा दिलकश नज़ारा लग रहा है, 2 धर्म अलग इको टेबल ते बैठे होना है ना, 2 धर्मां दे अलग एकता झलक रही है इत्थों। देखो, जिथे ये मेरे मान लो भरा ने है ना, इधर चंद दे स्वामी महाराज जी आए, सीतापुर तो आए जगत गुरु कहते, तो इधर नारायणगिरी जी महाराज है ना, जो इंटरनेशनल सैकटरी कैसे इन्हों का अपनी उपाधि आ कि दुनिया च जूना खाड़ा अपने आप च एक मिसाल है। तो दुधेश्वर धाम जो गाजियाबाद तो आए है, सो ये मेरे बड़े भरा ने, तो जिन्हों का अथाह प्यार है, सो ये अपने बारी ये अपनी मिसाल है। अयोध्या में आए हो, रंग जमा अयोध्या में, पूरा देश उमड़ रहा है अयोध्या में, क्या टिप्पणी करोगे सबसे पहले? आज जैसी हम लोग कल्पना करते थे अयोध्या के विषय में, आज हिंदू जगत के जितने भी देश विदेश में जहाँ भी ये लोग हैं, वो एक बहुत उल्लास का दिन इसको मान रहे हैं। और 550 वर्षों के बाद ये दिन आया है जिसकी हम लोग कल्पना कर रहे थे। और जहाँ पे हम आए हैं, बैठे हुए हैं, महाराज जी की तरफ से, और मैं तो इसको मानता हूँ कि हिंदू धर्म और सिख धर्म एक ही है। हमारे यहाँ वेद के अंदर एक श्लोक आता है, ओंकार मूल मंत्राद्या पुनर्जन्म दड़ासया गो भक्ता ब्राह्मण गुरु सबय हिंदू रीतसा। जो ब्राह्मण को मानता है, गुरु को मानता है, गुरु में वाहिगुरु जी आ गए, गुरु को मानता है, गो को मानता है, गंगा को मानता है, वो हम सब लोग एक हैं। ऊपर से खरबूजा की तरीके से धारियां तो अलग दिख रही हैं, लेकिन हम सब लोग एक हैं। और एक न होते तो शायद यहाँ पर एकत्रित न होते। आज अयोध्या में राम भगवान की प्राण प्रतिष्ठा हो रही है। उस प्रतिष्ठा के द्वारा सबका एक समन्वय यहाँ पे हुआ है। और राम भगवान नानक जी की वो बात याद आती है, नानक दुखिया सब संसार सुखिया जाको नाम आधार, राम आधार। तो राम हमारे सबके अंदर बैठे हुए हैं, उनका जाप करते हैं हम लोग। आज इससे बड़ा और उल्लास क्या है, और पुनर्दिवाली के रूप में इसको उससे बढ़कर के ये त्यौहार
ये आगे चल कर के भी मनाया जाएगा। 22 ਜਨਵਰੀ ਨੂੰ ਲੈ ਕੇ ਕੀ ਤਿਆਰੀਆਂ ਕਰ ਰੱਖੀਆਂ? ਸਭ ਤੋਂ ਵੱਡੀ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਨੂੰ ਦੱਸਦਾ ਕਿ ਜਿਵੇਂ ਮਹਾਰਾਜ ਜੀ ਅਸੀਂ ਅਚਾਨਕ ਫੇਰ ਦੁਬਾਰਾ ਭੇਟ ਹੋ गई। ये अचानक ही जो देख ये मतलब महापुरुष जो हैं हमारे एक बड़े मतलब आदरणीय सत्कार जो महाराज दादा बोलते हैं उनको पुणे से हैं, है ना, जो अपने आप में वो भी एक कभी सामने आएगा तो पता चलेगा कि वो क्या है। उन्होंने इनसे वेट करवाई, हमारी फ़ोन पे तो बात हुई लेकिन फेस टू फेस आज आना हुआ, तो महाराज जी का ये मान लो धन्यवाद है। तो इनकी जो मेरे जीवन में एक अहम भूमिका है इनकी, क्योंकि हम सब जब भी कोई दिल्ली में या कोई और भी सनातन का कोई भी प्रोग्राम होता है तो ये हमें याद करते, तो हम इनकी चरणों में सेवा के लिए हमेशा हाजिर होते हैं कि इनका एक अपने छोटे भाई की तरह एक बच्चे की तरह ये हमें स्नेह करते हैं, जैसे हम सब एक गुलदस्ता की तरह मान लो इन सबको रखते हैं। ਮੈਂ ਪੁੱਛ ਰਿਹਾ ਸੀ ਕਿਉਂਕਿ 22 ਜਨਵਰੀ ਦਾ ਸਭ ਨੂੰ ਇੰਤਜ਼ਾਰ ਆ, ਪੂਰਾ ਦੇਸ਼ ਇੰਤਜ਼ਾਰ ਕਰ ਰਿਹਾ। ਕੀ ਪਕਵਾਨ ਬਣ ਰਹੇ? ਕਿਉਂਕਿ ਪੰਜਾਬੀ ਜੇਕਰ ਆਪਾਂ ਗੱਲ ਕਰੀ ਖਾਣ ਪੀਣ ਦੇ ਵੈਸੇ ਵੀ ਸ਼ੌਕੀਨ ਹੁੰਦੇ ਆ, ਠੀਕ ਹੈ, ਪਕਵਾਨ ਕੀ ਬਣ ਰਹੇ ਆ? ਅਲੱਗ ਕੁਝ ਕਰ ਰਹੇ 22 ਜਨਵਰੀ ਨੂੰ ਕਿਉਂਕਿ ਉਹ ਉਤਸਵ ਮਹਾਨ ਹੋਣ ਵਾਲਾ ਹੈ। ਇੱਥੇ ਜੋ ਵੀ ਬਣਦਾ ਰੋਜ਼ ਵਿਸ਼ੇਸ਼ ਹੀ ਬਣਦਾ ਹੈ। ਇਹਦੇ ਵਿੱਚ ਕੋਈ ਮੰਨ ਲਓ ਦੋ ਰਾਵਾਂ ਨਹੀਂ ਹੈਗੀਆਂ। ਸਾਰਿਆਂ ਨਾਲੋਂ ਪਹਿਲਾਂ ਤਾਂ ਕਿ ਪਕੌੜਿਆਂ ਦੇ ਕੰਮ ਸਟਾਰਟ ਹੁੰਦਾ। ਪੰਜਾਬੀ ਜੇ ਪਕੌੜੇ ਨਾ ਖਾਦੇ ਕਹਿੰਦੇ ਗੱਲ ਕਿੱਥੇ ਬਣਨੀ ਆ, ਠੀਕ ਆ। ਪਕੌੜਿਆਂ ਦੇ ਸ਼ੌਕੀਨ ਹੈ ਤੇ ਪਕੌੜੇ ਤਾਂ ਬਣਨੇ ਹੀ ਬਣਦੇ ਨੇ, ਤੇ ਨਾਲ ਮਿੱਠਾ ਜਿਹੜਾ ਲੰਗਰ ਪ੍ਰਸ਼ਾਦਾ ਮੰਨ ਲਓ ਐਦਾਂ ਜੀ ਕਰਦਾ ਕਿ ਹੁਣ ਤਾਂ ਤੁਸੀਂ ਆਪਣਾ ਸਾਰਾ ਜੀਵਨ ਹੀ ਦਾਨ ਲਾ ਦਈਏ, ਕੋਈ ਸ਼ਬਦ ਹੀ ਨਹੀਂ ਰਹਿੰਦੇ ਹੈਗੇ। ਇੰਨਾ ਖੁਸ਼ੀ ਦਾ ਮਾਹੌਲ ਹੈ ਇੱਥੇ, ਉਸ ਪ੍ਰਭੂ ਦੀ ਯਾਦ ਦੇ ਵਿੱਚ ਸਾਰੇ ਅਸੀਂ ਇਕੱਤਰ ਹੋਏ ਆ। ਕਿੰਨਾ ਸੋਹਣਾ ਇਹ ਸਮੇਂ ਰੱਬ ਨੇ ਬੰਨ੍ਹ ਕੇ ਦਿੱਤਾ ਕਿ ਜਦੋਂ मेरा हार्दिक इच्छा है कि कड़ा प्रसाद का भी भोग लगना चाहिए। ਇੱਛਾ ਜਤਾ ਰਹੇ ਆ ਕਿ ਕੜਾਹ ਪ੍ਰਸ਼ਾਦ ਦਾ ਵੀ ਭੋਗ ਲੱਗੇ, ਪਕੌੜੇ ਵੀ ਬਣਨਗੇ, ਲੰਗਰ ਵੀ ਹੋਊਗੀ, ਪੰਕਤ ਵੀ ਹੋਊਗੀ ਤੇ ਕਈ ਧਰਮਾਂ ਦਾ ਸੁਮੇਲ ਵੀ ਹੋਊਗਾ। ਤਾਂ ਹਾਂਜੀ वो चार धाम डाल दो, चार धाम डाल के ਤੇ ਇੱਥੇ ਜਿਹੜਾ ਹੈਗਾ ਕਿ ਹਰ ਇੱਕ ਦੇਖੋ ਮਹਾਂਪੁਰਖਾਂ ਦਾ ਆਇਆ ਹੁਕਮ ਜਿਹੜਾ ਕਿ ਸਾਡੇ ਮਨ ਵਿੱਚ ਸੀ ਕਿ ਖੀਰ ਕੜਾਹ ਨਾਲ ਲੈ ਕੇ ਚੱਲੀਏ, ਹੈ ਨਾ, ਤਾਂ ਉਹ ਮੋਹਰ ਲੱਗ ਗਈ ਇਹਨਾਂ ਵੱਲੋਂ ਕਿ ਖੀਰ ਵੀ ਜਿੱਥੇ ਪ੍ਰਸ਼ਾਦ ਹੋਗਾ ਨਾਲ ਖੀਰ ਵੀ ਹੋਏਗੀ, ਮਹਾਰਾਜ ਨੇ ਕਿਹਾ, है ना। महाराज जी आप क्या चाहते हो 22 तारीख को क्या होना चाहिए, क्या इंतजामात होने चाहिए? देखिए विशेष रूप से पूरा विश्व का जो हमारा वैदिक सनातन धर्म और विशेष करके महुवंश जीव लोग जीव बुद्ध सनातना राम जो है हमारे रघु जो है हमारे मतलब सभी के हृदय में बसते हैं कि नानक नाम चढ़ती कला तेरे बहाने सबदा भला, सबदा भला जो है। तो अभी हमारे हरजीत सिंह जी हमारे बहुत पुराने मित्र हैं और विशेष रूप से हमेशा उनका पूरा सहयोग रहता है। तो ये अभी हमारे महाराज जी ने भी बोला भाई कड़ा प्रसाद जो गुरुद्वारे में अंदर में गुरु महाराज को जो ग्रंथ साहब को जो भोग लगता है वही प्रसाद जो है यहाँ सभी संत लोग, क्योंकि हमारे नित्य गोपाल दास जी जो राम जन्मभूमि ट्रस्ट के अध्यक्ष भी है और इन्होंने चार धाम में महाराज को श्री को जगह दिया है कि हरजीत सिंह जी को कि नेंग जो है इनके 8वीं पीढ़ी में ये जो है यहाँ भी नेंगों ने भी युद्ध लड़ा था और इसमें जो अंग्रेज़ों के समय में वो जो है उस समय में 1858 में 1858 में जो है नेंगों का भी जो है युद्ध हुआ था, उनकी 8वीं पीढ़ी में हरजीत सिंह जी बाबा है। तो इनका भी एक सौभाग्य है और इनके मन में लंगर लगाने की जब इच्छा हुई तो हमारे से संपर्क किया। मैं बोला सबसे बड़े वहाँ नित्य गोपाल दास जी महाराज है और मणिराम की छावनी है, वहाँ पर कम से कम ये चार धाम में 400 साधु रहते हैं परमानेंट। तो साधुओं के जो हमारे फक्कड़ साधु है, जो अभ्यागत साधु है, उनका जो आश्रय स्थल जो है वो मणिराम छावनी है। तो महाराज जी जो है जो इनका अभी वर्तमान में उत्तराधिकारी है कमल नयन दास जी महाराज, उनसे भी महाराज का संपर्क हुआ और उसके बाद में यहाँ जगह। तो निश्चित रूप से आपने कहा कि 22 तारीख को क्या है कि आने वाला समय में पूरा विश्व के अंदर में एक ऐसी दिवाली होगी जो भूतों ने भविष्य थी। ऐसी दिवाली जो है ये पूरा विश्व के हिंदू जहाँ भी सनातनी हिंदू लोग रहते हैं वो मनने वाली है जी। ਇਹਨਾਂ ਦੇ ਕਹਿਣ ਤੇ ਕੜਾਹ ਪ੍ਰਸ਼ਾਦ ਦਾ ਇਹਨਾਂ ਨੇ ਜ਼ਿਕਰ ਕੀਤਾ, ਮੈਨੂੰ ਇੱਕ ਚੀਜ਼ ਧਿਆਨ ਆ ਗਈ। ਜਦੋਂ ਆਪਣੇ ਕੋਈ ਵੀ ਸ਼ੁਭ ਕੰਮ ਪੰਜਾਬ ਦੇ ਵਿੱਚ ਹੁੰਦਾ ਹੈ ਜਾਂ ਕਿਤੇ ਵੀ ਜਿੱਥੇ ਪੰਜਾਬੀ ਬੈਠੇ ਸਿੱਖ ਬੈਠੇ ਹੈ, ਅਰਦਾਸ ਹੁੰਦੀ ਹੈ, ਪਾਠ ਰਖਵਾਇਆ ਜਾਂਦਾ ਹੈ, ਕੁਝ ਇਦਾਂ ਦਾ ਪ੍ਰੋਗਰਾਮ ਹੈ ਕਿਉਂਕਿ ਸ਼ੁਭ ਕੰਮ ਹੋਣ ਜਾ ਰਿਹਾ ਹੈ। ਮੈਂ ਕਹਿੰਦਾ ਕਿ ਸਾਰੀਆਂ ਚੀਜ਼ਾਂ ਜੇ ਪਹਿਲਾਂ ਹੀ ਨਾ ਦੱਸੀਆਂ ਜਾਣ ਤਾਂ ਵਧੀਆ। ਅਸੀਂ ਸਪੈਸ਼ਲ ਇੱਕ ਰਗੜਾ ਪਾਉਣ ਵਾਸਤੇ ਸ਼ਹੀਦੀ ਰਗੜਾ ਤਾਂ ਪੈਣਾ ਹੀ ਚਾਹੀਦਾ, ਜੇ ਸ਼ਹੀਦੀ ਫੌਜਾ ਜੇ ਰਗੜਾ ਹੀ ਨਾ ਪਾਇਆ ਤਾਂ ਫਿਰ ਫਾਇਦਾ ਕੀ ਹੈ ਨਾ। ਉਹ ਸਾਰਾ ਜਿਹੜੀ ਆ ਸ਼ਹੀਦੀ ਰਗੜੇ ਦੀਆਂ ਤਿਆਰੀਆਂ ਨੇ ਉਸ ਦਿਨ ਵਾਸਤੇ। ਦੇਗਾਂ ਰੋਜ਼ ਸਜਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਇਸ ਪ੍ਰਭੂ ਪਰਮੇਸ਼ਰ ਵਾਸਤੇ ਡੇਲੀ ਪਹਿਲਾਂ ਪ੍ਰਸ਼ਾਦ ਬਣਦਾ,
ਉਸ ਪ੍ਰਸ਼ਾਦ ਦਾ ਭੋਗ ਲੱਗਦਾ ਮਰਿਆਦਾ ਦੀ, ਜੋ ਇੱਥੇ ਦੀ ਮਰਿਆਦਾ ਹੈ, ਜੋ ਇਸ ਮੰਦਿਰ ਦੀ ਮਰਿਆਦਾ, ਮਹਾਂਪੁਰਖਾਂ ਦੀ, ਉਸ ਸਾਧੂਆਂ ਦੀ ਮਰਿਆਦਾ, ਉਹਨੂੰ ਫੋਲੋ ਕਰਿਆ ਜਾਂਦਾ ਹੈ। ਹਰ ਇੱਕ ਚੀਜ਼ ਇੱਥੇ ਯੂਨੀਕ ਹੋਏਗੀ। ਇਹ ਆਪਣੀ ਵਡਿਆਈ ਨਹੀਂ ਹੈ, ਇਹ ਸਾਰਾ ਇਹਨਾਂ ਸਾਧੂਆਂ ਦਾ ਆਸ਼ੀਰਵਾਦ ਹੈ, ਉਸ ਗੁਰੂ ਨਾਨਕ ਦੀ ਵਡਿਆਈ ਆ ਜੀ। ਮਹਾਂਪੁਰਖਾਂ ਨੂੰ ਜਿਵੇਂ से त्रिकालदर्शी महाराज ਜੀ, ਜਿਵੇਂ ਇਹਨਾਂ ਦਾ ਆਉਣਾ ਦੇਖੋ, ਵੱਖ-ਵੱਖ ਜਗ੍ਹਾ ਤੇ ਆਉਣਾ, ਇਹ ਕੁਦਰਤ, ਇਹ ਰਹਿਮਤ ਵਰਸਦੀ ਹੈ ਇੱਥੇ, ਰਾਮ ਦੀ ਕਿਰਪਾ ਹੈ। राम ने सब ਨੂੰ इकट्ठे कर देता है ना। राजस्थान से आए हैं आप। सर्वप्रथम समस्त भारत माता के सुपुत्रों को मेरा कोट कोट वंदन प्रणाम, और समस्त संतों के श्री चरणों के रज को मैं मस्तक में धारण करते हुए बहुत सुंदर शब्द बोलूँगा। सनातन धर्म हमारे पूरे विश्व का प्राण है, और सिख धर्म भी हमारे सनातन का प्राण है। सत्यता हम सब एक हैं, और मानवता यही कहता है कि हम सब एकता के साथ अनेकता को देखते हुए पूरे विश्व में सनातन धर्म का परचम लहराएं। यह बहुत पावन अवसर है और गौरव का विषय है, गौरव का क्षण है, जो कि हम लोग भगवान रामलला सरकार के श्री चरणों के रज को लेने के लिए यहाँ एकत्रित हुए हैं। और सत्य बात तो यही है कि इस अवसर को देखने के लिए 500 वर्ष से हम लोग लालायित थे, जो कि आज आ गया है। और इसमें श्री अरिजीत सिंह जी बहुत सुंदर कार्य कर रहे हैं, सराहनीय है।